सतनाम श्री वाहेगुरु जी। श्री राग महला पहला। सब रस मिठे मन्निया सुनिया सालोणे। खट तुरसी मुख बोलना मारन नाद किए। सब रस मिठे मन्निया सुनिया सालोणे। खट तुरसी मुख बोलना मारन नाद किए। छत्ती अमृत भाओ एक जाको नदर करे। बाबा होर खाना खुशी खुआर। जित खादै तन पीड़िया मन मह चलह बेकार। रहाओ रत्ता पहनन मन रत्ता सुपेदी सतदान। नीली स्याही कदा करनी पहरन पैर ध्यान। कमर बंद संतोख का धन जोबन तेरा नाम। बाबा होर पहनन खुशी खुआर। जित पैदे तन पीड़िया मन मह चलह बेकार। रहाओ कोड़े पाकर सोने साखत बूझण तेरी वाट। तरक सतीर कमान सांग तेग बंद गुण धात। बाजा नेजा पत स्यों प्रगट कर्म तेरा मेरी जात। बाबा होर चढ़ना खुशी खुआर। जित चढ़िया तन पीड़िया मन मह चले बेकार। रहाओ कर मंदिर खुशी नाम की नदर तेरी परवार। हुक्म सोई तुद भावसी होर आखण बहुत अपार। नानक सच्चा पातशाहो पूछ न करे विचार। बाबा होर सौना खुशी खुआर। जित सुतै तन पीड़िया मन मह चले बेकार। रहाओ सब रस मिठे मन्निया सुनिया सालोणे। वाहिगुरु जी का खालसा वाहिगुरु जी की फतेह। परम सन्मानयोग सतगुरु महाराज दी साजी नवाजी होई। गुरु खालसा सत संगत जीओ। सतगुरु ने अपार बख्शिश कीती। साडे कलयुगी जीवां दे उधार वास्ते गुर संगत ਅਤੇ ਗੁਰਬਾਣੀ ਉਚਾਰਨ ਕੀਤੀ। ਜਿਹੜੇ ਵੀ ਗੁਰਸਿੱਖ ਮਾਈ ਭਾਈ ਕਲਯੁਗ ਦੇ ਪ੍ਰਭਾਵ ਤੋਂ ਬਚਣਾ ਲੋੜਦੇ ਹਨ, ਉਹਨਾਂ ਲਈ ਗੁਰ ਸੰਗਤ ਅਤੇ ਗੁਰਬਾਣੀ ਦੇ ਨਾਲ ਜੁੜਨਾ ਅਤੀ ਜ਼ਰੂਰੀ ਹੈ। ਕਿਉਂ ਸਾਡੇ ਅੰਦਰੂਨੀ ਦੁਸ਼ਮਣ ਵੀ ਬੇਅੰਤ ਹਨ, ਬਹਿਰੂਨੀ ਦੁਸ਼ਮਣ ਵੀ ਅਣਗਿਣਤ ਹਨ। ਜੇ ਅਸੀਂ ਇਹਨਾਂ ਸਾਰਿਆਂ ਤੋਂ ਬਚਣਾ ਚਾਹੁੰਦੇ ਹਾਂ, ਗੁਰ ਸੰਗਤ ਇੱਕ ਕਿਲ੍ਹਾ ਹੈ ਜੋ ਹਰ ਤਰ੍ਹਾਂ ਦੀ ਸਾਡੀ ਹਿਫਾਜ਼ਤ ਕਰਦਾ ਹੈ। ਦੂਸਰੇ ਪਾਸੇ ਸਤਿਗੁਰੂ ਦੀ ਪਵਿੱਤਰ ਬਾਣੀ ਇੱਕ ਉਹ ਹਥਿਆਰ ਹੈ ਜਿਸ ਨੂੰ ਹੱਥ ਵਿੱਚ ਪਕੜ ਕੇ ਅਸੀਂ ਦੁਸ਼ਮਣ ਦਾ ਮੁਕਾਬਲਾ ਕਰ ਸਕਦੇ ਹਾਂ।
ਹਥਿਆਰ ਤੇ ਵਿਚਾਰ ਦੋ ਚੀਜ਼ਾਂ ਨੇ। ਹਥਿਆਰ ਸੂਰਮੇ ਦੇ ਹੱਥ ਵਿੱਚ ਹੁੰਦਾ ਹੈ ਤੇ ਵਿਚਾਰ ਵਿਦਵਾਨ ਦੇ ਹੱਥ ਵਿੱਚ ਹਥਿਆਰ ਹੁੰਦਾ ਹੈ। ਸੂਰਮਾ ਸ਼ਾਸਤਰ ਦੇ ਨਾਲ ਦੁਸ਼ਮਣ ਨੂੰ ਜਿੱਤਦਾ ਹੈ ਤੇ ਵਿਦਵਾਨ ਵਿਚਾਰ ਦੇ ਨਾਲ, ਉਕਤੀ ਜੁਗਤੀ ਦੇ ਨਾਲ ਦੁਸ਼ਮਣ ਨੂੰ ਜਿੱਤ ਲੈਂਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਸਾਨੂੰ ਜ਼ਿੰਦਗੀ ਦੇ ਹਰ ਪੱਖ ਤੋਂ ਸਾਵਧਾਨ ਕਰਦੇ ਹਨ। ਜਿਸ ਪਵਿੱਤਰ ਸ਼ਬਦ ਦਾ ਪਾਠ ਆਪ ਸੰਗਤਾਂ ਨੇ ਪ੍ਰੇਮ ਦੇ ਨਾਲ ਸਰਵਣ ਕੀਤਾ ਹੈ, ਸ਼੍ਰੀ ਰਾਗ ਦੇ ਇਸ 7ਵੇਂ ਸ਼ਬਦ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਕੀ ਖਾਣਾ ਚਾਹੀਦਾ ਹੈ, ਕੀ ਪਹਿਨਣਾ ਚਾਹੀਦਾ ਹੈ, ਕਿਸ ਅਸਵਾਰੀ ਤੇ ਚੜ੍ਹਨਾ ਚਾਹੀਦਾ ਹੈ, ਕਿਹੋ ਜਿਹੇ ਘਰਾਂ ਮੰਦਰਾਂ ਦੇ ਵਿੱਚ ਸਾਨੂੰ ਸੌਣਾ ਚਾਹੀਦਾ ਹੈ। ਇਹ ਜੋ ਸਾਡੇ ਜ਼ਿੰਦਗੀ ਦੇ ਪੱਖ ਨੇ, ਇਹਨਾਂ ਤੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਹਰ ਗੁਰਸਿੱਖ ਨੂੰ ਸੁਸ਼ਿਕਸ਼ਿਤ ਕਰਨ ਦਾ ਯਤਨ ਕੀਤਾ ਹੈ। ਇਸ ਸ਼ਬਦ ਦੀ ਉਥਾਨਕਾ ਇਤਿਹਾਸਕ ਪੱਖ ਤੋਂ ਮਹਾਂਪੁਰਖੇ ਦੱਸਦੇ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਹਿਲੀ ਉਦਾਸੀ ਧਾਰਨ ਕਰਕੇ ਸੁਲਤਾਨਪੁਰ ਤੋਂ ਏਮਨਾਬਾਦ ਵੱਲ ਚਲੇ ਗਏ। ਕੁਛ ਦੇਰ ਤੋਂ ਬਾਅਦ ਰਾਏ ਬੁਲਾਰ ਨੇ, ਜੋ ਰਾਏ ਭੋਏ ਕੀ ਤਲਵੰਡੀ ਸ਼੍ਰੀ ਨਨਕਾਣਾ ਸਾਹਿਬ ਜੀ ਦਾ ਚੌਧਰੀ ਸੀ, ਸਤਿਗੁਰੂ ਨੂੰ ਯਾਦ ਕੀਤਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਫਕੀਰੀ ਲਿਬਾਸ ਦੇ ਅੰਦਰ ਪਹਿਲੀ ਵਾਰ ਆਪਣੇ ਪਿੰਡ ਰਾਏ ਭੋਏ ਕੀ ਤਲਵੰਡੀ ਗਏ। ਮਨ ਵਿੱਚ ਵਿਚਾਰ ਕੀਤੀ, ਹੁਣ ਅਸੀਂ ਫਕੀਰੀ ਤੇ ਧਾਰਨ ਕੀਤੀ ਹੋਈ ਹੈ, ਹੁਣ ਘਰ ਦੇ ਜਾਂ ਪਰਿਵਾਰ ਦੇ ਨਾਲ ਤੇ ਸਾਡਾ ਕੋਈ ਬਹੁਤਾ ਸੰਬੰਧ ਨਹੀਂ ਰਿਹਾ, ਇਸ ਲਈ ਹੁਣ ਘਰ ਨਹੀਂ ਜਾਣਾ। ਫਕੀਰਾਂ ਦਾ ਡੇਰਾ ਤੇ ਘਰ ਬਸਤੀ ਤੋਂ ਦੂਰ ਹੀ ਹੁੰਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਬਾਲਾ ਜੀ ਦੇ ਪਿਤਾ ਤੇਜਪਾਨ ਜੀ ਦਾ ਖੂਹ ਸੀ, ਉਹਦੇ ਉੱਤੇ ਡੇਰਾ ਲਾ ਲਿਆ। ਭਾਈ ਬਾਲਾ ਜੀ ਰਾਹੀਂ ਸਤਿਗੁਰੂ ਦੇ ਘਰ ਖਬਰ ਚਲੀ ਗਈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਪਿਤਾ ਬਾਬਾ ਕਾਲੂ ਜੀ ਸਨ, ਜਿਨ੍ਹਾਂ ਦਾ ਪੂਰਾ ਨਾਮ ਬਾਬਾ ਕਲਿਆਣ ਚੰਦ ਸੀ। ਉਹ ਇੱਕ ਪੜ੍ਹੇ ਲਿਖੇ, ਸੰਸਾਰਕ ਦ੍ਰਿਸ਼ਟੀਕੋਣ ਤੋਂ ਸਫਲ ਵਿਅਕਤੀ ਸਨ ਔਰ ਉਹਨਾਂ ਦੀ ਸੋਚ ਇਹ ਸੀ ਕਿ ਮੇਰਾ ਇਕਲੌਤਾ ਪੁੱਤਰ ਹੈ, ਉਹ ਵੀ ਸੰਸਾਰਕ ਦ੍ਰਿਸ਼ਟੀਕੋਣ ਤੋਂ ਕਾਮਯਾਬੀ ਹਾਸਲ ਕਰੇ। ਤੇ ਜਦੋਂ ਉਸ ਨੂੰ ਇਸ ਗੱਲ ਦਾ ਪਤਾ ਲੱਗਿਆ ਬਈ ਉਹਨਾਂ ਨੇ ਤੇ ਫਕੀਰੀ ਵੇਸ਼ ਧਾਰਨ ਕਰ ਲਿਆ ਹੈ ਤੇ ਘਰ ਦੇ ਵਿੱਚ ਵੀ ਆਉਣਾ ਉਹਨਾਂ ਨੇ ਮੁਨਾਸਬ ਨਹੀਂ ਸਮਝਿਆ, ਕੁਝ ਮਨ ਵਿੱਚ ਗੁੱਸਾ ਵੀ ਆਇਆ ਹੈ, ਕੁਝ ਬੇਚੈਨੀ ਵੀ ਹੋਈ ਹੈ, ਕੁਝ ਮਨ ਦੇ ਵਿੱਚ ਮਾਣ ਵੀ ਹੋਇਆ ਹੈ। ਚਲੋ ਹੈ ਤੇ ਮੇਰੇ ਪੁੱਤਰ, ਕੀ ਹੋ ਗਿਆ ਜੇ ਉਹਨਾਂ ਫਕੀਰੀ ਵੇਸ਼ ਧਾਰਨ ਕਰ ਹੀ ਲਿਆ ਹੈ, ਚਲੋ ਮੈਂ ਉਹਨਾਂ ਨੂੰ ਸਮਝਾਵਾਂਗਾ। ਮੇਰੇ ਪੁੱਤਰ ਨੇ, ਹਰ ਬਾਪ ਆਪਣੇ ਪੁੱਤਰ ਨੂੰ ਸਮਝਾ ਸਕਦਾ ਹੈ ਤੇ ਮੈਂ ਉਹਨਾਂ ਨੂੰ ਘਰ ਦੇ ਵਿੱਚ ਲਿਆਵਾਂਗਾ।
ਅਤੇ ਤਰ੍ਹਾਂ ਤਰ੍ਹਾਂ ਦੇ ਉਹਨਾਂ ਨੂੰ ਸਵਾਲ ਜਵਾਬ ਕਰਕੇ ਕੋਸ਼ਿਸ਼ ਕਰਾਂਗਾ ਕਿ ਉਹ ਮੇਰੇ ਵਾਂਗ ਹੀ ਸਫਲ ਵਿਅਕਤੀ ਬਣ ਜਾਣ। ਪਰ ਬਾਬਾ ਕਾਲੂ ਜੀ ਨੂੰ ਕੀ ਪਤਾ ਸੀ, ਇਹ ਤੇ ਆਪ ਪਰਮੇਸ਼ਰ ਮੇਰੇ ਘਰ ਦੇ ਵਿੱਚ ਆਇਆ ਹੈ। ਪਰ ਫਿਰ ਵੀ ਸੰਸਾਰਕ ਦ੍ਰਿਸ਼ਟੀਕੋਣ ਤੋਂ ਹਰ ਪਿਤਾ ਦੀ ਇੱਛਾ ਹੁੰਦੀ ਹੈ ਕਿ ਮੇਰਾ ਪੁੱਤਰ ਵਿਦਵਾਨ ਹੋਵੇ, ਮੇਰਾ ਪੁੱਤਰ ਡਾਕਟਰ ਬਣ ਜਾਵੇ, ਇੰਜੀਨੀਅਰ ਬਣ ਜਾਵੇ, ਕੋਈ ਹੋਰ ਉੱਚੀ ਪੋਸਟ ਦਾ ਮਾਲਕ ਹੋ ਜਾਵੇ। ਪਰ ਇਹੋ ਜਿਹਾ ਪਿਤਾ ਘੱਟ ਹੀ ਤੁਹਾਨੂੰ ਮਿਲੇਗਾ ਜਿਹੜਾ ਇਹ ਵੀ ਆਖੇ ਕਿ ਮੇਰਾ ਪੁੱਤਰ ਭਗਤ ਬਣ ਜਾਵੇ, ਮੇਰਾ ਪੁੱਤਰ ਸੰਤ ਬਣ ਜਾਵੇ। ਸੰਸਾਰਕ ਦ੍ਰਿਸ਼ਟੀਕੋਣ ਤੋਂ ਅਸੀਂ ਇਹ ਗੱਲਾਂ ਤੇ ਸੋਚਦੇ ਹਾਂ। ਬਾਬਾ ਕਾਲੂ ਜੀ ਦੀ ਸੋਚ ਵੀ ਆਪਣੀ ਥਾਂ ਸਹੀ ਸੀ। ਹੁਣ ਉਧਰ ਸਤਿਗੁਰੂ ਮਹਾਰਾਜ ਦੇ ਸਤਿਕਾਰਯੋਗ ਮਾਤਾ ਤ੍ਰਿਪਤਾ ਜੀ ਨੂੰ ਵੀ ਪਤਾ ਚੱਲਿਆ ਕਿ ਮੇਰੇ ਸਪੁੱਤਰ, ਮੇਰੇ ਲਾਲ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਏ ਨੇ। ਉਹ ਵੀ ਪਿਆਰ ਦੇ ਵਿੱਚ ਬੇਬਲ ਹੋ ਕੇ ਉਸ ਪਾਸੇ ਵੱਲ ਨੂੰ ਉੱਠ ਤੁਰੇ ਨੇ। ਉਹਨਾਂ ਨੂੰ ਵੇਖ ਕੇ ਹੋਰ ਜਿਹੜੇ ਪਿੰਡ ਦੇ ਲੋਕ ਸਨ ਉਹ ਵੀ ਸਾਰੇ ਸਤਿਗੁਰੂ ਵੱਲ ਚੱਲ ਪਏ। ਇੱਕ ਤਰ੍ਹਾਂ ਦੇ ਨਾਲ ਲੋਕਾਂ ਦਾ ਏਡਾ ਵੱਡਾ ਇਕੱਠ ਹੋਇਆ ਹੈ। ਬਾਬਾ ਕਾਲੂ ਜੀ ਨੇ ਸਭ ਤੋਂ ਪਹਿਲਾਂ ਜਾ ਕੇ ਸਤਿਗੁਰੂ ਮਹਾਰਾਜ ਦੇ ਦਰਸ਼ਨ ਕੀਤੇ। ਸਤਿਗੁਰੂ ਨੇ ਮਨ ਵਿੱਚ ਵਿਚਾਰ ਕੀਤੀ, ਇਸ ਸੰਸਾਰਕ ਦ੍ਰਿਸ਼ਟੀਕੋਣ ਤੋਂ ਬਾਬਾ ਕਾਲੂ ਜੀ ਸਾਡੇ ਪਿਤਾ ਜੀ ਨੇ ਉੱਠ ਕੇ ਸਤਿਕਾਰ ਕੀਤਾ, ਚਰਨ ਛੋਹੇ ਅਤੇ ਨਮਸਕਾਰ ਕੀਤੀ। ਬਣਦਾ ਯੋਗ ਸਨਮਾਨ ਕਰਨਾ ਮਾਤਾ ਪਿਤਾ ਦਾ, ਇਹ ਵੀ ਇੱਕ ਸਿੱਖੀ ਦਾ ਅਸੂਲ ਹੈ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਮਾਤਾ ਆਈ ਤੇ ਮਾਤਾ ਦਾ ਵੀ ਉੱਠ ਕੇ ਸਤਿਕਾਰ ਕੀਤਾ। ਮਾਤਾ ਨੇ ਆਪਣੇ ਗਲ ਦੇ ਨਾਲ ਲਾਇਆ। ਹੋਰ ਵੀ ਆਂਢੀ ਗੁਆਂਢੀ ਬਾਲ ਸਖਾਈ ਮਿੱਤਰ ਉੱਥੇ ਪਹੁੰਚ ਗਏ ਨੇ। ਬਾਬਾ ਕਾਲੂ ਜੀ ਨੇ ਫਕੀਰੀ ਵੇਸ਼ ਦੇਖ ਕੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਕਹਿਣ ਲੱਗਾ, ਭਾਵੇਂ ਤੁਸੀਂ ਮੇਰੇ ਪੁੱਤਰ ਹੋ ਪਰ ਮੈਂ ਇਹ ਫਕੀਰੀ ਵੇਸ਼ ਪਸੰਦ ਨਹੀਂ ਕਰਦਾ। ਤੁਸੀਂ ਇਸ ਨੂੰ ਲਾਹ ਦਿਓ। ਮੈਂ ਤੁਹਾਡੇ ਲਈ ਚੰਗੇ ਵਸਤਰ, ਚੰਗੇ ਕੱਪੜੇ ਤਿਆਰ ਕਰਵਾ ਦੇਣਾ ਹਾਂ। ਤੁਸੀਂ ਉਹਨਾਂ ਨੂੰ ਪਹਿਨੋ। ਦੁਨੀਆ ਦੇ ਵਿੱਚ ਬਣ ਤਣ ਕੇ ਫੱਬ ਕੇ ਦਿਖਾਓ। ਲੋਕ ਮੈਨੂੰ ਵੀ ਕਹਿਣ ਬਾਬਾ ਕਾਲੂ ਦਾ ਪੁੱਤਰ ਬੜਾ ਲਾਇਕ ਹੈ, ਨਾਲ ਤੁਹਾਨੂੰ ਵੀ ਖੁਸ਼ੀ ਹੋਵੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਬਾਬਾ ਜੀ ਅਸੀਂ ਤੇ ਸਭ ਕੁਝ ਪਹਿਲਾਂ ਹੀ ਬੰਦੋਬਸਤ ਕੀਤਾ ਹੋਇਆ ਹੈ। ਉਦੋਂ ਤੱਕ ਮਾਤਾ ਜੀ ਸਤਿਗੁਰੂ ਦੇ ਖਾਣ ਦੇ ਲਈ ਕੁਝ ਪਕਵਾਨ, ਕੁਝ ਭੋਜਨ ਲੈ ਕੇ ਆਏ। ਕਹਿਣ ਲੱਗੇ, ਪੁੱਤਰ ਜੀ ਕੱਪੜਿਆਂ ਦੀ ਗੱਲ ਬਾਅਦ ਵਿੱਚ, ਪਹਿਲਾਂ ਤੁਸੀਂ ਭੋਜਨ ਛਕੋ। ਮੈਂ ਤੁਹਾਡੇ ਲਈ ਬੜੇ ਚਾਵਾਂ ਦੇ ਨਾਲ ਬੜੇ ਸੁੰਦਰ ਪਕਵਾਨ ਤਿਆਰ ਕੀਤੇ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਜਦੋਂ ਮਾਤਾ ਜੀ ਨੇ ਇਹ ਗੱਲ ਆਖੀ ਕਿ ਪਹਿਲਾਂ ਤੁਸੀਂ ਭੋਜਨ ਛਕੋ, ਉਸ ਤੋਂ ਬਾਅਦ ਕੱਪੜਿਆਂ ਦੀ ਗੱਲ ਹੋਵੇਗੀ, ਤੇ ਬਾਬਾ ਕਾਲੂ ਜੀ ਨੇ ਫਿਰ ਆਖਿਆ, ਜੇ ਤੁਹਾਡੇ ਮਨ ਦੇ ਵਿੱਚ ਕੋਈ ਐਸਾ ਸ਼ੌਕ ਹੋਵੇ, ਮੈਂ ਤੁਹਾਨੂੰ ਰਾਏ ਬੁਲਾਰ ਦੀ ਫੌਜ ਦੇ ਵਿੱਚ ਭਰਤੀ ਵੀ ਕਰਵਾ ਸਕਦਾ ਹਾਂ। ਤੁਸੀਂ ਸੂਰਮੇ ਹੋ ਕੇ, ਫੌਜੀ ਹੋ ਕੇ, ਸਿਪਾਹ ਸਲਾਰ ਹੋ ਕੇ, ਘੋੜੇ ਤੇ ਅਸਵਾਰ ਹੋ ਕੇ ਤੁਸੀਂ ਆਪਣਾ ਨਾਂ ਬਣਾ ਸਕਦੇ ਹੋ। ਚੌਥੀ ਗੱਲ ਬਾਬਾ ਜੀ ਨੇ ਹੋਰ ਵੀ ਆਖੀ, ਤੁਸੀਂ ਆਪਣੇ ਘਰ ਦੇ ਵਿੱਚ ਰਹੋ। ਜਿਹੋ ਜਿਹਾ ਆਖੋ ਮੈਂ ਇਹੋ ਜਿਹਾ ਤੁਹਾਡੇ ਲਈ ਘਰ, ਮਹਿਲ, ਬੰਗਲਾ ਉਸਾਰ ਦੇਵਾਂ। ਤੁਸੀਂ ਉਹਦੇ ਵਿੱਚ ਮੌਜ ਨਾਲ ਆਰਾਮ ਫਰਮਾਓ, ਸੁੱਖ ਲਓ, ਆਨੰਦ ਮਾਣੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਪਾਵਨ ਸ਼ਬਦ ਦੇ ਅੰਦਰ
ਬੜੇ ਪਿਆਰ ਦੇ ਨਾਲ, ਕਿਉਂਕਿ ਹੁਣ ਮਾਤਾ ਪਿਤਾ ਸਤਿਕਾਰਯੋਗੀ ਸਨ, ਉਹਨਾਂ ਨੂੰ ਉੱਤਮ ਅਧਿਕਾਰੀ ਦੁਆਰਾ ਸੰਬੋਧਨ ਕੀਤਾ ਹੈ। ਪਹਿਲੇ ਰਹਾਉ ਦੇ ਵਿੱਚ ਸਤਿਗੁਰੂ ਫਰਮਾਉਂਦੇ ਨੇ, ਇਹ ਵੀ ਗੱਲ ਯਾਦ ਰੱਖਣਾ, ਸ਼ਬਦ ਦੇ ਵਿੱਚ 4 ਰਹਾਉ ਆਏ ਨੇ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ ਮਨ ਮਹਿ ਚਲੈ ਵਿਕਾਰ। ਰਹਾਉ ਇਹ ਪਹਿਲੇ ਰਹਾਉ ਦੀਆਂ ਪੰਕਤੀਆਂ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਬਾਬਾ ਜੀ ਆਪਣੇ ਪਿਤਾ ਨੂੰ ਸਤਿਕਾਰ ਨਾਲ ਆਖਿਆ, ਬਾਬਾ ਜੀ ਹੋਰ ਖਾਣਾ ਤੇ ਖਾ ਕੇ ਖੁਸ਼ੀ ਪ੍ਰਾਪਤ ਕਰਨੀ, ਇਹ ਤੇ ਸਾਨੂੰ ਖੁਆਰ ਕਰਨ ਵਾਲੀ ਜਾਪਦੀ ਹੈ। ਗੁਰਮਤਿ ਤੋਂ ਪ੍ਰਤਕੂਲ ਕੋਈ ਵੀ ਅਸੀਂ ਆਹਾਰ ਖਾਂਦੇ ਹਾਂ, ਮੀਟ ਸ਼ਰਾਬ ਅੰਡਿਆਂ ਦੀ ਵਰਤੋਂ ਕਰਦੇ ਹਾਂ ਔਰ ਸਾਡੇ ਮਨ ਨੂੰ ਖੁਸ਼ੀ ਵੀ ਹੁੰਦੀ ਹੈ। ਪਰ ਹਜ਼ੂਰ ਕੀ ਕਹਿੰਦੇ ਨੇ, ਬਾਬਾ ਹੋਰ ਖਾਣਾ ਖੁਸ਼ੀ ਖੁਆਰ। ਗੁਰਮਤਿ ਦਾ ਅਸੂਲ ਹੈ, ਰੁੱਖੀ ਸੁੱਖੀ ਖਾਏ ਕੈ ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਸਤਿਗੁਰੂ ਦਾ ਇਹ ਵੀ ਹੁਕਮ ਹੈ, ਅਲਪ ਆਹਾਰ ਸਵਲਪ ਸੀ ਨਿੰਦਰਾ ਦਇਆ ਸ਼ਿਮਾ ਤਨ ਪ੍ਰੀਤ, ਸੀਲ ਸੰਤੋਖ ਸਦਾ ਨਿਰਬਾਹਿਬੋ ਹਵੈਬੋ ਤਿਰਗੁਣ ਅਤੀਤ। ਤੇ ਗੁਰੂ ਨਾਨਕ ਸਾਹਿਬ ਦਾ ਹੁਕਮ ਹੈ, ਅੰਨ ਪਾਣੀ ਥੋੜਾ ਖਾਇਆ, ਅੰਨ ਪਾਣੀ ਵੀ ਥੋੜਾ ਖਾਓ। ਤੇ ਅਸੀਂ ਹੁਣ ਅੰਨ ਪਾਣੀ ਵੀ ਰੱਜ ਕੇ ਖਾਣਾ ਹੈ ਤੇ ਬਾਕੀ ਵੀ ਹੋਰ ਕੁਝ ਨਹੀਂ ਛੱਡਣਾ, ਇਹ ਸਾਡਾ ਸੁਭਾਅ ਬਣਿਆ ਹੋਇਆ। ਪਰ ਹਜ਼ੂਰ ਕਹਿੰਦੇ ਨੇ, ਬਾਬਾ ਜੀ ਹੋਰ ਖਾਣਾ ਵੀ ਜਿਹੜਾ ਸ਼ੁੱਧ ਆਹਾਰ ਹੈ, ਸਾਦੀ ਖੁਰਾਕ ਹੈ, ਜਿਸ ਦੇ ਨਾਲ ਸਿਹਤ ਵੀ ਤੇ ਸਰੀਰ ਵੀ ਰਿਸ਼ਟ ਪੁਸ਼ਟ ਅਤੇ ਹਮੇਸ਼ਾ ਲਈ ਚੇਤਨ ਰਹਿੰਦਾ ਹੈ। ਇਸ ਤੋਂ ਬਿਨਾਂ ਹੋਰ ਜਿਹੜਾ ਖਾਣਾ ਹੈ, ਕੋਈ ਜੰਕ ਫੂਡ ਹੈ, ਮੀਟ ਸ਼ਰਾਬ ਹੈ, ਹੋਰ ਕਿੰਨੀਆਂ ਹੀ ਚੀਜ਼ਾਂ ਹੋ ਸਕਦੀਆਂ ਨੇ। ਪਰ ਸਤਿਗੁਰੂ ਕਹਿੰਦੇ ਨੇ, ਬਾਬਾ ਜੀ ਹੋਰ ਖਾਣਾ ਤੇ ਉਹਨਾਂ ਦੀ ਖੁਸ਼ੀ, ਇਹ ਤੇ ਖੁਆਰ ਕਰਨ ਵਾਲੀ ਹੈ, ਬੰਦੇ ਨੂੰ ਜਲੀਲ ਕਰਨ ਵਾਲੀ ਹੈ। ਜਿਤ ਖਾਧਾ ਤਨ ਪੀੜੀਐ ਮਨ ਮਹਿ ਚਲੈ ਵਿਕਾਰ। ਆ ਧਿਆਨ ਨਾਲ ਸੁਣ ਲੈਣਾ, ਹਜ਼ੂਰ ਕਹਿੰਦੇ ਜਿਸ ਪਦਾਰਥ ਖਾਣ ਦੇ ਨਾਲ ਮਨ ਵਿੱਚ ਵਿਕਾਰ ਚੱਲ ਪੈਣ। ਹੁਣ ਜਿੰਨੇ ਵੀ ਮਿਰਚ ਮਸਾਲੇਦਾਰ ਭੋਜਨ ਨੇ, ਮੀਟ ਹੈ, ਸ਼ਰਾਬ ਹੈ, ਆਂਡੇ ਨੇ, ਕੁਝ ਵੀ ਨੇ, ਇਹ ਸਾਰੀਆਂ ਚੀਜ਼ਾਂ ਮਨ ਦੇ ਵਿੱਚ ਵਿਕਾਰ ਪੈਦਾ ਕਰਨ ਵਾਲੀਆਂ ਹੀ ਹਨ। ਇਸੇ ਲਈ ਜਿਹੜੇ ਸਿਆਣੇ ਗੁਰਸਿੱਖ ਨੇ, ਉਹਨਾਂ ਨੇ ਮਾਸ ਸ਼ਰਾਬ ਨੂੰ ਰਾਖਸ਼ੀ ਭੋਜਨ ਆਖਿਆ, ਰਾਖਸ਼ੀ ਭੋਜਨ। ਇਹਦੇ ਨਾਲ ਰਾਖਸ਼ ਬੁੱਧੀ ਹੁੰਦੀ ਹੈ। ਹਜ਼ੂਰ ਕਹਿੰਦੇ ਨੇ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ ਮਨ ਮਹਿ ਚਲੈ ਵਿਕਾਰ। ਐਸਾ ਖਾਣਾ ਹਰਗਿਜ਼ ਨਹੀਂ ਖਾਣਾ ਚਾਹੀਦਾ ਜਿਸ ਨੂੰ ਖਾਣ ਦੇ ਨਾਲ ਮਨ ਵਿੱਚ ਵਿਕਾਰ ਚੱਲ ਪੈਣ, ਮਾੜੇ ਫੁਰਨੇ ਉੱਠਣ ਲੱਗ ਜਾਣ। ਜਿਤ ਖਾਧੈ ਤਨ ਪੀੜੀਐ, ਤੇ ਫਿਰ ਜਿਸ ਖਾਣ ਦੇ ਨਾਲ ਸਰੀਰ ਵੀ ਪੀੜਤ ਹੋ ਜਾਵੇ। ਕਿਉਂਕਿ ਸਤਿਗੁਰੂ ਦੇ ਬਾਣੀ ਵਿੱਚ ਬਚਨ ਨੇ, ਬਹੁ ਸਾਧੋਂ ਦੁੱਖ ਪ੍ਰਾਪਤ ਹੋਵੇ, ਭੋਗੋਂ ਰੋਗ ਸੋ ਅੰਤ ਵਿਗੋਵੇ। ਸਾਡੇ ਸਰੀਰ ਨੂੰ ਰੋਗ ਬਿਮਾਰੀਆਂ ਕਿਉਂ ਲੱਗਦੀਆਂ ਨੇ? ਕਦੀ ਕਿਸੇ ਡਾਕਟਰ ਨੂੰ ਜਾ ਕੇ ਪੁੱਛੋ, ਉਹ ਇਹੀ ਜਵਾਬ ਦੇਵੇਗਾ, ਜਦੋਂ ਅਸੀਂ ਆਪਣੀ ਸਿਹਤ ਦੇ ਪ੍ਰਤੀਕੂਲ ਕੁਝ ਖਾਂਦੇ ਹਾਂ, ਉਸ ਵੇਲੇ ਸਾਨੂੰ ਬਿਮਾਰੀਆਂ ਲੱਗਦੀਆਂ ਨੇ। ਬਹੁਤ ਸਾਧੋਂ ਦੁੱਖ ਪ੍ਰਾਪਤ ਹੋਵੇ। ਇੱਕ ਥਾਂ ਤੇ ਸਤਿਗੁਰੂ ਦੇ ਬੜੇ ਪਿਆਰੇ ਸਿੱਖਿਆਦਾਇਕ ਬਚਨ ਨੇ, ਨਾਮ ਵਿਸਾਰ ਕਰੇ ਰਸ ਭੋਗ, ਸੁਖ ਸੁਪਨਾ ਨਹੀਂ ਤਨ ਮਹਿ ਰੋਗ। ਅਸੀਂ ਵਾਹਿਗੁਰੂ ਦੇ ਨਾਮ ਨੂੰ ਭੁਲਾ ਕੇ ਕਈ ਤਰ੍ਹਾਂ ਦੇ ਰਸ ਕਾਸ ਵਿਸ਼ੇ ਭੋਗਦੇ ਹਾਂ, ਅਮਲਾਂ ਦੇ ਆਦੀ ਹੋ ਜਾਂਦੇ ਹਾਂ। ਇਹਦੇ ਨਾਲ ਹੀ ਤਾਂ ਰੋਗ ਚਿੰਬੜਦੇ ਨੇ, ਹੋਰ ਕੀ ਰੋਗ ਦਾ ਕਾਰਨ ਹੈ? ਸਤਿਗੁਰੂ ਕਹਿੰਦੇ ਨੇ, ਆਦਮੀ ਸੁਖ ਦੀ ਇੱਛਾ ਨੂੰ ਲੈ ਕੇ ਰਸਾਂ ਕਸਾਂ ਦਾ ਸੇਵਨ ਕਰਦਾ ਹੈ, ਪਰ ਸੱਚ ਹੋਰ ਹੈ, ਹਕੀਕਤ ਹੋਰ ਹੈ। ਉਹ ਕੀ ਹੈ? ਹਜ਼ੂਰ ਕਹਿੰਦੇ, ਨਾਮ ਵਿਸਾਰ ਕਰੇ ਰਸ ਭੋਗ, ਸੁਖ ਸੁਪਨਾ ਨਹੀਂ ਤਨ ਮਹਿ ਰੋਗ। ਜਿਹੜਾ ਨਾਮ ਨੂੰ ਵਿਸਾਰ ਕੇ ਬਹੁਤੇ ਭੋਗ ਭੋਗਦਾ ਹੈ ਔਰ ਉਹਦੇ ਲਈ ਸੁਖ ਤਾਂ ਸੁਪਨੇ ਮਾਤਰ ਵੀ ਕਦੀ ਨਹੀਂ ਉਸ ਨੂੰ ਹਾਸਲ ਹੁੰਦਾ, ਤੇ ਸਰੀਰ ਵਿੱਚ ਰੋਗ ਜ਼ਰੂਰ ਪੈਦਾ ਹੋ ਜਾਂਦੇ ਨੇ। ਤੁਸੀਂ ਖਾ ਲਓ, ਸ਼ਰਾਬ ਪੀ ਜਾਓ, ਜਿਗਰ ਖਰਾਬ ਹੋਵੇਗਾ, ਬਲੱਡ ਪ੍ਰੈਸ਼ਰ ਹਾਈ ਹੋਵੇਗਾ, ਹੋਰ ਬੜਾ ਕੁਝ ਹੋਵੇਗਾ।
ਇਸੇ ਲਈ ਸਤਿਗੁਰੂ ਕਹਿੰਦੇ ਨੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ। ਖਾਣ ਦਾ ਵੀ ਅਸਰ ਸਾਡੇ ਮਨ ਤੇ ਵੀ ਹੁੰਦਾ ਹੈ ਤੇ ਸਾਡੀ ਸਿਹਤ ਤੇ ਵੀ ਹੁੰਦਾ ਹੈ। ਇਸੇ ਲਈ ਪੰਜਾਬੀ ਦੀ ਪੁਰਾਣੀ ਇੱਕ ਕਹਾਵਤ ਵੀ ਹੈ, ਜੈਸਾ ਅੰਨ ਤੈਸਾ ਮਨ। ਅਸੀਂ ਜਿਹੋ ਜਿਹਾ ਅੰਨ ਖਾਂਦੇ ਹਾਂ ਉਹੋ ਜਿਹਾ ਸਾਡੇ ਮਨ ਤੇ ਅਸਰ ਵੀ ਜ਼ਰੂਰ ਪੈਂਦਾ। ਇੱਕ ਐਸੀ ਹੀ ਸਾਖੀ ਮਹਾਂਪੁਰਖ ਸੁਣਾਉਂਦੇ ਸਨ। ਕੋਈ ਰਾਜਾ ਸੀ, ਸ਼ਿਕਾਰ ਖੇਡਣ ਵਾਸਤੇ ਗਿਆ ਔਰ ਉਸ ਨੂੰ ਪਾਣੀ ਦੀ ਪਿਆਸ ਲੱਗੀ। ਉੱਥੇ ਇੱਕ ਸਾਧੂ ਮਹਾਤਮਾ ਰਿਸ਼ੀ ਤਪੱਸਿਆ ਕਰਦਾ ਸੀ, ਉਹ ਉਹਦੇ ਪਾਸ ਚਲਿਆ ਗਿਆ ਤੇ ਜਾ ਕੇ ਕਹਿਣ ਲੱਗਾ, ਮਹਾਤਮਾ ਜੀ ਪਿਆਸ ਲੱਗੀ ਹੈ, ਜਲ ਛਕਾ ਦਿਓ। ਉਹ ਕਹਿਣ ਲੱਗੇ ਠੀਕ ਹੈ। ਉਹਨਾਂ ਦੇ ਪਾਸ ਜਲ ਰੱਖਿਆ ਹੋਇਆ ਸੀ, ਉਹਨਾਂ ਨੇ ਰਾਜੇ ਨੂੰ ਜਲ ਛਕਾ ਦਿੱਤਾ। ਤੇ ਜਦੋਂ ਰਾਜੇ ਨੇ ਜਲ ਛਕਿਆ ਤੇ ਉਦੋਂ ਨੂੰ ਉਹਦੇ ਨਾਲ ਦੇ ਜਿਹੜੇ ਨੌਕਰ ਚਾਕਰ ਸਿਪਾਹੀ ਸਨ, ਅਹਿਲਕਾਰ, ਉਹ ਵੀ ਆ ਗਏ ਤੇ ਉਸਨੇ ਆਖਿਆ ਵੀ ਮਹਾਤਮਾ ਨੂੰ ਤੁਸੀਂ ਭੋਜਨ ਛਕਾਓ। ਔਰ ਉਹਨਾਂ ਨੇ ਮਹਾਤਮਾ ਨੂੰ ਭੋਜਨ ਛਕਾ ਦਿੱਤਾ। ਹੁਣ ਰਾਜਾ ਜਦੋਂ ਆਪਣੇ ਘਰ ਵਿੱਚ ਵਾਪਸ ਮੁੜ ਕੇ ਆਇਆ, ਆਪਣੇ ਮਹਿਲਾਂ ਵਿੱਚ ਰਾਤ ਨੂੰ ਸੌਣ ਲੱਗਿਆ, ਤਾਂ ਉਹਦੇ ਮਨ ਦੇ ਵਿੱਚ ਬੜੇ ਸ਼ੁੱਧ ਖਿਆਲ ਆਉਣ ਲੱਗ ਪਏ, ਕਿਉਂਕਿ ਮਹਾਤਮਾ ਦੇ ਹੱਥ ਦਾ ਜਲ ਛਕ ਕੇ ਆਇਆ ਸੀ, ਜਿੱਥੇ ਉਹ ਭਜਨ ਬੰਦਗੀ ਹਮੇਸ਼ਾ ਹੁੰਦੀ ਸੀ। ਰਾਜਾ ਸੋਚਣ ਲੱਗਿਆ ਵੀ ਮੈਂ ਰਾਜ ਦੇ ਸੁੱਖ ਤਾਂ ਬਥੇਰੇ ਭੋਗ ਲਏ ਨੇ, ਬਥੇਰਾ ਖਾ ਪੀ ਲਿਆ ਹੈ, ਹੁਣ ਮੈਨੂੰ ਵੀ ਤਪੱਸਿਆ ਕਰਨੀ ਚਾਹੀਦੀ ਹੈ, ਮੈਨੂੰ ਵੀ ਭਗਤੀ ਕਰਨੀ ਚਾਹੀਦੀ ਹੈ। ਤੇ ਦੂਜੇ ਪਾਸੇ ਹੁਣ ਉਹ ਸਾਧੂ ਨੇ ਭੋਜਨ ਛਕਿਆ, ਉਹ ਵੀ ਰਾਜੇ ਦੇ ਹੱਥ ਦਾ। ਉਹਦੇ ਮਨ ਦੇ ਵਿੱਚ ਖਿਆਲ ਆਉਣ ਲੱਗ ਪਏ, ਮਨਾ ਤੂੰ ਬੜੀ ਤਪੱਸਿਆ ਕਰ ਲਈ ਹੈ, ਹੁਣ ਰਾਜਾ ਤੇਰਾ ਦੋਸਤ ਬਣ ਗਿਆ ਤੇ ਹੁਣ ਤੂੰ ਵੀ ਜਾ ਕੇ ਕੁਝ ਨਾ ਕੁਝ ਪਦਾਰਥਾਂ ਦਾ ਸੁੱਖ ਭੋਗ ਲੈ, ਰਾਜੇ ਦੀ ਦੋਸਤੀ ਦਾ ਕੁਝ ਨਾ ਕੁਝ ਨਿੱਘ ਤੇ ਮਾਣ ਲੈ। ਹੁਣ ਵੇਖ ਲਓ ਖਾਣ ਦਾ ਹੀ ਅਸਰ ਹੋਇਆ, ਰਾਜੇ ਦੇ ਮਨ ਦੇ ਉੱਤੇ ਅੱਛਾ ਅਸਰ ਹੋਇਆ ਤੇ ਮਹਾਤਮਾ ਦੇ ਮਨ ਦੇ ਉੱਤੇ ਰਾਜਸੀ ਲੋਕਾਂ ਵਾਲਾ ਪ੍ਰਭਾਵ ਪੈਣਾ ਸ਼ੁਰੂ ਹੋ ਗਿਆ। ਇਸੇ ਲਈ ਸਤਿਗੁਰੂ ਸਾਨੂੰ ਇਸ ਗੱਲ ਤੋਂ ਸਾਵਧਾਨ ਕਰ ਰਹੇ ਨੇ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧਾ ਤਨ ਪੀੜੀਐ ਮਨ ਮਹਿ ਚੱਲੈ ਵਿਕਾਰ। ਬਾਬਾ ਜੀ, ਜਿਸ ਖਾਣ ਦੇ ਨਾਲ ਮਨ ਵਿੱਚ ਵਿਕਾਰ ਪੈਦਾ ਹੁੰਦੇ ਨੇ ਤੇ ਸਰੀਰ ਵੀ ਰੋਗ ਦੇ ਨਾਲ ਪੀੜਤ ਹੋ ਜਾਂਦਾ ਹੈ, ਬਿਮਾਰੀਆਂ ਵੀ ਲੱਗਦੀਆਂ ਨੇ। ਤੇ ਜਿਹੜਾ ਇਹੋ ਜਿਹਾ ਖਾਣਾ ਹੈ ਤੇ ਖਾ ਕੇ ਖੁਸ਼ੀ ਮੰਨਣੀ ਹੈ, ਇਹ ਤੇ ਅਖੀਰ ਮਨੁੱਖ ਨੂੰ ਖੁਆਰ ਕਰਦੀ ਹੈ, ਜ਼ਲੀਲ ਕਰਦੀ ਹੈ। ਅਸੀਂ ਇਹਦੇ ਖਾਣ ਦੇ ਆਦੀ ਨਹੀਂ ਹਾਂ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬਾਬਾ ਜੀ ਕਹਿਣ ਲੱਗੇ, ਫਿਰ ਤੁਸੀਂ ਦੱਸੋ ਕਿਹੋ ਜਿਹਾ ਭੋਜਨ ਪਸੰਦ ਕਰਦੇ ਹੋ? ਤਾਂ ਗੁਰੂ ਨਾਨਕ ਸਾਹਿਬ ਜੀ ਨੇ ਬਾਹਰਲੇ ਭੋਜਨ ਦੀ ਥਾਂ ਤੇ ਜਿਹੜਾ ਆਤਮਕ ਭੋਜਨ ਹੈ, ਰੂਹਾਨੀ ਭੋਜਨ ਹੈ, ਜਿਸ ਦੀ ਸਾਨੂੰ ਕਿਸੇ ਵਿਰਲੇ ਨੂੰ ਹੀ ਸਾਰ ਹੋਵੇਗੀ, ਉਸ ਨੂੰ ਛਕਣ ਦਾ ਉਪਦੇਸ਼ ਦਿੱਤਾ ਹੈ। ਲੋ ਸੰਗਤਾਂ, ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਤੇ ਜਿਵੇਂ ਜਿਵੇਂ ਅੱਗੇ ਪ੍ਰਕਰਨ ਬਦਲੇਗਾ ਉਸ ਹਿਸਾਬ ਦੇ ਨਾਲ ਆਪ ਸੰਗਤਾਂ ਪ੍ਰੇਮ ਦੇ ਨਾਲ ਇਸ ਪਾਵਨ ਗੁਰੂ ਸ਼ਬਦ ਦੇ ਉਪਦੇਸ਼ ਨੂੰ ਸਰਵਣ ਕਰੋਗੇ। ਲੋ ਇੱਕ ਵਾਰੀ ਪਿਆਰ ਸਤਿਕਾਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਸਭ ਰਸ ਮਿੱਠੇ ਮੰਨਿਆ ਸੁਣਿਆ ਸਾਲੋਣੇ। ਸ਼੍ਰੀ ਰਾਗ ਦੇ ਅੰਦਰ ਪਹਿਲੇ ਗੁਰਦੇਵ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਬਾਬਾ ਜੀ ਸਭ ਰਸ ਮਿੱਠੇ ਮੰਨਿਆ। ਜਦੋਂ ਅਸੀਂ ਨਾਮ ਦੀ ਮੰਨਿਆ ਦਾ ਅਰਥ ਹੈ ਕਮਾਈ ਕਰਦੇ ਹਾਂ। ਜਦੋਂ ਅਸੀਂ ਨਾਮ ਦੀ ਘਾਲਣਾ ਘਾਲਦੇ ਹਾਂ, ਵਾਹਿਗੁਰੂ 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 ਦਾ ਜਾਪ ਤੇ ਅਭਿਆਸ ਕਰਦੇ ਹਾਂ, ਇਹਦੇ ਨਾਲ ਸਾਨੂੰ ਸਾਰੇ ਹੀ ਮਿੱਠੇ ਰਸ ਪ੍ਰਾਪਤ ਹੋ ਜਾਂਦੇ ਨੇ। ਇਹਦਾ ਮਤਲਬ ਇਹ ਹੈ, ਜਿਵੇਂ ਕੋਈ ਬੜੇ ਮਿੱਠੇ ਪਕਵਾਨ, ਲੱਡੂ, ਜਲੇਬੀਆਂ, ਗੁਲਾਬ ਜਾਮਣਾ, ਕਲਾਕੰਦ, ਰਸਗੁੱਲੇ, ਇਹ ਸਾਰੇ ਹੀ ਪਕਵਾਨ ਛਕ ਲਈਏ, ਇੰਨਾ ਆਨੰਦ ਸਾਨੂੰ ਪ੍ਰਾਪਤ ਹੋ ਜਾਂਦਾ ਹੈ। ਸਭ ਰਸ ਮਿੱਠੇ ਮੰਨੇ। ਹਜ਼ੂਰ ਕਹਿੰਦੇ ਨੇ, ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਮੰਨਣ ਦੇ ਨਾਲ, ਨਾਮ ਦੀ ਕਮਾਈ ਕਰਨ ਦੇ ਨਾਲ ਜੋ ਆਨੰਦ ਪ੍ਰਾਪਤ ਹੁੰਦਾ ਹੈ, ਉਹਦੇ ਵਿੱਚ ਸਾਰੇ ਹੀ ਮਿੱਠੇ ਰਸ
ਤੇ ਮਿੱਠੇ ਸਵਾਦ ਸਾਨੂੰ ਪ੍ਰਾਪਤ ਹੋ ਜਾਂਦੇ ਨੇ। ਸੁਣਿਆ ਸਾ ਲਾਉਣੇ, ਤੇ ਜਦੋਂ ਭਾਈ ਸੰਗਤ ਵਿੱਚ ਬੈਠ ਕੇ ਅਸੀਂ ਬਾਣੀ, ਕੀਰਤਨ, ਕਥਾ, ਨਾਮ ਸੁਣਦੇ ਹਾਂ ਤੇ ਸੁਣਨ ਦੇ ਨਾਲ ਸਾਹ ਲਾਉਣੇ। ਜਿੰਨੇ ਵੀ ਸਲੂਣੇ ਨਮਕੀਨ ਪਦਾਰਥ ਨੇ, ਕਿਉਂਕਿ ਹੁਣ ਜਿੱਥੇ ਅਸੀਂ ਮਿੱਠੇ ਪਕਵਾਨ ਛਕਦੇ ਹਾਂ ਉੱਥੇ ਕਈ ਵਾਰੀ ਚਟਪਟਾ ਵੀ, ਨਮਕੀਨ ਵੀ ਅਸੀਂ ਭਾਲਦੇ ਹਾਂ। ਕੋਈ ਪਕੌੜੇ, ਸਮੋਸੇ ਆਦਿਕ ਜਿਹੜੀਆਂ ਐਸੀਆਂ ਚੀਜ਼ਾਂ ਨੇ, ਸਲੂਣੇ ਭੋਜਨ ਨੇ, ਸਤਿਗੁਰੂ ਕਹਿੰਦੇ ਨੇ ਇਹ ਸੁਣਨ ਦੇ ਨਾਲ ਸਾਨੂੰ ਪ੍ਰਾਪਤ ਹੋ ਜਾਂਦੇ ਨੇ। ਇਹਦਾ ਮਤਲਬ ਇਹ ਹੈ ਜਦੋਂ ਅਸੀਂ ਨਾਮ ਦੀ ਕਮਾਈ ਕਰੀਏ ਉਸ ਦੇ ਨਾਲ ਜੋ ਖੁਸ਼ੀ ਪ੍ਰਾਪਤ ਹੁੰਦੀ ਹੈ, ਜੋ ਰਸ ਪ੍ਰਾਪਤ ਹੁੰਦਾ ਹੈ, ਉਹਦੇ ਵਿੱਚ ਸਾਰੇ ਮਿੱਠੇ ਰਸ ਆ ਜਾਂਦੇ ਨੇ। ਤੇ ਜਦੋਂ ਅਸੀਂ ਸੰਗਤ ਵਿੱਚ ਬੈਠ ਕੇ ਨਾਮ, ਬਾਣੀ, ਕੀਰਤਨ, ਕਥਾ ਨੂੰ ਸੁਣਦੇ ਹਾਂ, ਇਹਦੇ ਨਾਲ ਸਾਰੇ ਹੀ ਸਾਲੂਣੇ ਤੇ ਨਮਕੀਨ ਭੋਜਨਾਂ ਦਾ ਰਸ ਸਾਨੂੰ ਪ੍ਰਾਪਤ ਹੋ ਜਾਂਦਾ ਹੈ। ਖਟ ਤੁਰਸੀ ਮੁਖ ਬੋਲਣਾ, ਮਾਰਨ ਨਾਦ ਕੀਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਹ ਆਤਮਕ ਭੋਜਨ ਦੀਆਂ ਗੱਲਾਂ ਕਰ ਰਹੇ ਨੇ। ਖਟ ਤੁਰਸੀ ਮੁਖ ਬੋਲਣਾ, ਜਿਹੜਾ ਆਪਣੇ ਮੁਖ ਰਾਹੀਂ ਜਾਂ ਮੁਖ ਤੋਂ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨਾ ਹੈ, ਖਟ ਤੁਰਸੀ। ਇਹ ਖਟ ਮਿੱਠੇ ਭੋਜਨ ਨੇ। ਜਿਵੇਂ ਕੋਈ ਸੌਸ, ਕੈਚਅਪ, ਚਟਨੀਆਂ ਖਟ ਮਿੱਠੀਆਂ ਹੁੰਦੀਆਂ ਨੇ, ਇਹ ਵੀ ਭੋਜਨ ਦਾ ਹੀ ਅੰਗ ਨੇ। ਜਿਹੜਾ ਮੁਖ ਤੋਂ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨਾ ਹੈ, ਇਹ ਖਟ ਮਿੱਠੇ ਭੋਜਨ ਨੇ। ਤੇ ਮਾਰਨ ਨਾਦ ਕੀਏ, ਤੇ ਜਦੋਂ ਉੱਚੀ ਆਵਾਜ਼ ਦੇ ਵਿੱਚ ਗੁਰੂ ਸ਼ਬਦ ਦਾ ਉਚਾਰਨ ਕਰਨਾ ਹੈ, ਜਿਵੇਂ ਰਾਗੀ ਸਿੰਘ ਉੱਚੀ ਬੋਲ ਕੇ ਸ਼ਬਦ ਕੀਰਤਨ ਕਰਦੇ ਹਨ, ਹਜ਼ੂਰ ਕਹਿੰਦੇ ਨੇ ਮਾਰਨ ਇਹ ਮਸਾਲੇਦਾਰ ਭੋਜਨ ਹੈ। ਜਿਵੇਂ ਹੁਣ ਆਪਾਂ ਕੋਈ ਪਕੌੜੇ ਬਣਾ ਕੇ ਉਹਦੇ ਉੱਤੇ ਤੇ ਕੋਈ ਮਸਾਲੇ ਆਦਿਕ ਪਾ ਕੇ ਉਹਨੂੰ ਸਵਾਦਿਸ਼ਟ ਬਣਾਉਣ ਦਾ ਯਤਨ ਕਰਦੇ ਹਾਂ, ਪਰ ਹਜ਼ੂਰ ਕਹਿੰਦੇ ਜਿਹੜਾ ਉੱਚੀ ਆਵਾਜ਼ ਦੇ ਵਿੱਚ, ਬੁਲੰਦ ਆਵਾਜ਼ ਦੇ ਨਾਲ ਸ਼ਬਦ ਗਾਇਨ ਕਰਨਾ ਹੈ, ਇਹ ਮਾਨੋ ਮਸਾਲੇਦਾਰ ਭੋਜਨ ਹਨ। ਛੱਤੀ ਹੀ ਅੰਮ੍ਰਿਤ ਭਾਉ ਏਕ, ਜਾਂ ਕੋ ਨਦਰ ਕਰੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਆਪਣੇ ਸਤਿਕਾਰਯੋਗ ਪਿਤਾ ਜੀ ਨੂੰ ਕਿ ਪਿਤਾ ਜੀ, ਇੱਕ ਵਾਹਿਗੁਰੂ ਦਾ ਭਾਉ ਦਾ ਅਰਥ ਹੈ ਪ੍ਰੇਮ। ਉਹ 36 ਪ੍ਰਕਾਰ ਦੇ ਅੰਮ੍ਰਿਤ ਭੋਜਨ ਵਰਗਾ ਹੈ। ਉਹਦੇ ਵਿੱਚ ਸਾਰੇ ਹੀ ਰਸ, ਸਾਰੇ ਹੀ ਸਵਾਦ ਆ ਜਾਂਦੇ ਨੇ, ਪਰ ਇਹ ਪ੍ਰਾਪਤ ਕਿਸ ਨੂੰ ਹੁੰਦਾ ਹੈ? ਜਾ ਕੋ ਨਦਰ ਕਰੇ, ਜਿਸ ਉਤੇ ਮੇਰਾ ਮਾਲਕ ਅਕਾਲ ਪੁਰਖ ਵਾਹਿਗੁਰੂ ਮਿਹਰ ਦੀ ਦ੍ਰਿਸ਼ਟੀ ਕਰ ਦੇਵੇ ਤੇ ਉਸ ਵਿਅਕਤੀ ਨੂੰ ਇਹ ਪ੍ਰੇਮ ਦਾ 36 ਪ੍ਰਕਾਰ ਦਾ ਅੰਮ੍ਰਿਤ ਭੋਜਨ ਪ੍ਰਾਪਤ ਹੁੰਦਾ ਹੈ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ, ਮਨ ਮਹਿ ਚੱਲੇ ਵਿਕਾਰ। ਰਹਾਉ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਹੁਣ ਮਾਤਾ ਜੀ ਵੀ ਬੈਠੇ ਨੇ, ਪਿਤਾ ਜੀ ਵੀ ਬੈਠੇ ਨੇ, ਉਹਨਾਂ ਨੂੰ ਸੰਬੋਧਨ ਕਰਕੇ ਆਖ ਰਹੇ ਨੇ, ਬਾਬਾ ਜੀ ਇਸ ਆਤਮਕ ਭੋਜਨ ਤੋਂ ਬਿਨਾਂ ਜਿਹੜਾ ਵੀ ਕੁਛ ਹੋਰ ਖਾਣਾ ਹੈ ਔਰ ਉਹਦੀ ਖੁਸ਼ੀ ਮਾਣਨੀ ਹੈ, ਸ਼ਰਾਬ ਕਪਾਵ ਛਕ ਕੇ ਫਿਰ ਉਹਦੀ ਖੁਸ਼ੀ ਵੀ ਕਈ ਮਾਣਦੇ ਨੇ, ਇਹ ਤੇ ਖੁਆਰ ਕਰਨ ਵਾਲੀ ਗੱਲ ਹੈ, ਜਲੀਲ ਕਰਨ ਵਾਲੀ ਗੱਲ ਹੈ। ਜਿਤ ਖਾਧਾ ਤਨ ਪੀੜੀਐ, ਮਨ ਮਹਿ ਚੱਲੈ ਵਿਕਾਰ। ਜਿਸ ਖਾਣ ਦੇ ਨਾਲ ਮਨ ਵਿੱਚ ਵਿਕਾਰ ਚੱਲਦੇ ਨੇ ਤੇ ਸਰੀਰ ਵੀ ਰੋਗ ਦੇ ਨਾਲ ਪੀੜਤ ਹੋ ਜਾਂਦਾ ਹੈ, ਇਹੋ ਜਿਹੇ ਹੋਰ ਖਾਣਿਆਂ ਤੋਂ ਅਸੀਂ ਹਮੇਸ਼ਾ ਲਈ ਪਰਹੇਜ਼ ਕੀਤਾ ਹੋਇਆ ਹੈ। ਰਹਾਉ ਵਿਸਰਾਮ ਦੇ ਕੇ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਬਾਬਾ ਕਾਲੂ ਜੀ ਕਹਿਣ ਲੱਗੇ, ਤੁਸੀਂ ਆ ਜਿਹੜੇ ਫਕੀਰੀ ਵੇਸ ਹੈ, ਸਾਧੂਆਂ ਵਾਲੇ ਕੱਪੜੇ ਉਤਾਰ ਦਿਓ, ਮੈਂ ਤੁਹਾਡੇ ਲਈ ਬੜੀਆਂ ਸੁੰਦਰ ਪੁਸ਼ਾਕਾਂ ਲਿਆ ਕੇ ਹਾਜ਼ਰ ਕਰ ਦਿਆਂਗਾ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਦੂਸਰੇ ਬੰਦ ਵਿੱਚ ਆਖਿਆ, ਬਾਬਾ ਹੋਰ ਪਹਿਨਣ ਖੁਸ਼ੀ ਖੁਆਰ। ਜਿਤ ਪੈਦਾ ਤਨ ਪੀੜੀਐ, ਮਨ ਮਹਿ ਚੱਲੈ ਵਿਕਾਰ। ਰਹਾਉ ਹਜ਼ੂਰ ਕਹਿੰਦੇ ਜੇ ਖਾਣ ਦਾ ਸਾਡੇ ਸਿਹਤ ਤੇ ਮਨ ਤੇ ਅਸਰ ਪੈਂਦਾ ਹੈ ਤੇ ਉੱਥੇ ਪਹਿਨਣ ਦਾ ਵੀ ਸਾਡੀ ਸਿਹਤ ਤੇ ਮਨ ਤੇ ਅਸਰ ਜ਼ਰੂਰ ਪੈਂਦਾ ਹੈ। ਸਤਿਗੁਰੂ ਕਹਿੰਦੇ ਨੇ, ਬਾਬਾ ਪਿਤਾ ਜੀ, ਜਿਹੜਾ ਕੁਛ ਰੂਹਾਨੀ ਕਪੜਾ ਹੈ, ਦੇਵੀ ਬਸਤਰ ਹਨ, ਉਹਨਾਂ ਤੋਂ ਬਿਨਾਂ ਜਿਹੜਾ ਵੀ ਅਸੀਂ ਕੁਝ ਹੋਰ ਪਹਿਨਦੇ ਹਾਂ, ਜਾਂ ਸਾਦੀ ਖੁਰਾਕ ਤੇ ਸਾਦੀ ਪੁਸ਼ਾਕ ਤੋਂ ਬਿਨਾਂ ਚਟਕੀਲੇ ਭੜਕੀਲੇ ਜਿਹੜੇ ਅਸੀਂ ਲਿਬਾਸ ਪਹਿਨਦੇ ਹਾਂ ਤੇ ਉਹਨਾਂ ਨੂੰ ਪਹਿਨ ਕੇ ਖੁਸ਼ੀ ਸਾਡੇ ਮਨ ਦੇ ਵਿੱਚ ਪੈਦਾ ਹੁੰਦੀ ਹੈ,
ਬਈ ਉਹ ਤੇ ਖੁਆਰ ਕਰਨ ਵਾਲੀ ਹੈ, ਜ਼ਲੀਲ ਕਰਨ ਵਾਲੀ ਹੈ। ਜਿਤ ਪੈਦਾ ਤਨ ਪੀੜੀਐ ਮਨ ਮਹਿ ਚੱਲੈ ਵਿਕਾਰ। ਜਿਸ ਕੱਪੜੇ ਪਹਿਨਣ ਦੇ ਨਾਲ ਸਾਡੇ ਮਨ ਦੇ ਵਿੱਚ ਵਿਕਾਰ ਪੈਦਾ ਹੁੰਦੇ ਨੇ, ਬਹੁਤੇ ਭੜਕੀਲੇ ਕੱਪੜੇ ਪਾ ਕੇ ਮਨ ਵਿੱਚ ਇਹ ਚੀਜ਼ਾਂ ਪੈਦਾ ਹੁੰਦੀਆਂ ਨੇ, ਤੇ ਨਾਲ ਸਰੀਰ ਵੀ ਪੀੜਤ ਹੁੰਦਾ ਹੈ। ਸਰੀਰ ਦੇ ਵਿੱਚ ਵੀ ਪਹਿਨਣ ਦਾ ਵੀ ਅਸਰ ਹੁੰਦਾ ਹੈ। ਤੁਸੀਂ ਬਹੁਤੇ ਰੇਸ਼ਮੀ ਤੇ ਬਹੁਤੇ ਸਿਲਕੀ ਕੱਪੜੇ ਪਾਓਗੇ, ਉਹਨਾਂ ਦਾ ਸਿਹਤ 'ਤੇ ਅਸਰ ਹੋਵੇਗਾ। ਸੂਤੀ ਕੱਪੜੇ ਪਾਓ, ਸਰੀਰ ਨੂੰ ਆਰਾਮ ਮਿਲੇਗਾ। ਬਹੁਤੇ ਤੰਗ ਕੱਪੜੇ ਪਾਓ ਤਾਂ ਵੀ ਸਰੀਰ ਨੂੰ ਤਕਲੀਫ ਹੁੰਦੀ ਹੈ। ਭਾਵੇਂ ਠੀਕ ਹੈ, ਸ਼ੌਕੀਨੀ ਵਿੱਚ ਅਸੀਂ ਕੁਛ ਵੀ ਕਰਦੇ ਰਹੀਏ, ਪਰ ਸਾਦੀ ਖੁਰਾਕ ਤੇ ਸਾਦੀ ਪੁਸ਼ਾਕ ਤੇ ਵੀ ਜਿਹੜਾ ਆਨੰਦ ਹੈ ਹੋਰ ਕਿਧਰੇ ਵੀ ਨਹੀਂ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਪਹਿਨਣ ਦੇ ਬਾਰੇ ਵੀ ਗੁਰਸਿੱਖਾਂ ਨੂੰ ਖਬਰਦਾਰ ਕਰਦੇ ਨੇ ਕਿ ਜਦੋਂ ਪਹਿਨਣਾ ਹੋਵੇ, ਖਾਸ ਕਰਕੇ ਜਿਹੜੇ ਗੁਰਸਿੱਖ ਮਾਈ ਭਾਈ ਨੇ ਉਹਨਾਂ ਨੂੰ ਇਸ ਗੱਲ ਦਾ ਬੜਾ ਖਿਆਲ ਰੱਖਣਾ ਚਾਹੀਦਾ। ਖਾਸ ਕਰਕੇ ਜਦੋਂ ਗੁਰੂ ਘਰ ਦੇ ਵਿੱਚ ਆਉਣਾ ਹੋਵੇ, ਬਿਲਕੁਲ ਸਾਦੇ ਕੱਪੜੇ, ਸਾਫ਼ ਕੱਪੜੇ, ਭਾਵੇਂ ਕੀਮਤੀ ਵੀ ਕਿਉਂ ਨਾ ਹੋਣ, ਪਰ ਸਾਦੇ ਤੇ ਬਿਲਕੁਲ ਹਲਕੇ ਜਿਹੇ ਰੰਗਾਂ ਦੇ ਕੱਪੜੇ ਪਾ ਕੇ ਆਉਣਾ ਚਾਹੀਦਾ। ਬਹੁਤੇ ਚਟਕੀਲੇ ਭੜਕੀਲੇ ਵਸਤਰ ਪਹਿਨ ਕੇ ਤੇ ਇਹਦੇ ਨਾਲ ਆਪਦਾ ਵੀ ਮਨ ਚੰਚਲ ਹੁੰਦਾ ਹੈ ਤੇ ਦੂਸਰਿਆਂ ਦਾ ਵੀ ਮਨ ਚੰਚਲ ਹੁੰਦਾ ਹੈ। ਐਸੇ ਨਹੀਂ ਪਹਿਨਣੇ ਚਾਹੀਦੇ। ਜਿੱਥੇ ਖਾਣ ਦਾ ਅਸਰ ਸਾਡੀ ਸਿਹਤ ਤੇ ਪੈਂਦਾ, ਪਹਿਨਣ ਦਾ ਵੀ ਹੁੰਦਾ। ਇੱਕ ਐਸੀ ਹੀ ਸਾਖੀ ਮਹਾਂਪੁਰਖ ਸੁਣਾਉਂਦੇ ਸਨ ਕਿ ਭਗਤ ਰਵਿਦਾਸ ਜੀ ਦੇ ਕੁਝ ਪ੍ਰੇਮੀ ਸਨ। ਉਹਨਾਂ ਨੇ ਲੜਕੇ ਦੀ ਸ਼ਾਦੀ ਕਰਨੀ ਸੀ। ਉਹ ਕਹਿਣ ਲੱਗੇ, ਭਗਤ ਜੀ ਤੁਸੀਂ ਵੀ ਬਰਾਤ ਵਿੱਚ ਸ਼ਾਮਲ ਹੋਣਾ। ਭਗਤ ਰਵਿਦਾਸ ਜੀ ਕਹਿਣ ਲੱਗੇ, ਬਈ ਤੁਸੀਂ ਸਾਨੂੰ ਰਹਿਣ ਦਿਓ ਤੇ ਚੰਗੀ ਗੱਲ ਹੈ। ਪਰ ਉਹ ਕੁਛ ਜ਼ਿਆਦਾ ਹੀ ਸ਼ਰਧਾਲੂ ਸਨ। ਕਹਿੰਦੇ, ਨਹੀਂ ਮਹਾਰਾਜ, ਤੁਹਾਨੂੰ ਤੇ ਜ਼ਰੂਰ ਲੈ ਕੇ ਹੀ ਜਾਣਾ ਹੈ। ਤੁਹਾਡੇ ਲਈ ਅਸੀਂ ਵਿਸ਼ੇਸ਼ ਘੋੜੀ ਦਾ ਪ੍ਰਬੰਧ ਕੀਤਾ ਹੋਇਆ ਹੈ। ਤੁਹਾਡੇ ਲਈ ਇੱਕ ਰੇਸ਼ਮੀ ਪੁਸ਼ਾਕ ਵੀ ਤਿਆਰ ਕਰਵਾਈ ਹੋਈ ਹੈ। ਤੁਸੀਂ ਰੇਸ਼ਮੀ ਪੁਸ਼ਾਕ ਪਹਿਨ ਕੇ ਘੋੜੀ ਤੇ ਸਵਾਰ ਹੋ ਕੇ ਬਰਾਤ ਨਾਲ ਜ਼ਰੂਰ ਜਾਣਾ ਹੈ। ਭਗਤ ਰਵਿਦਾਸ ਜੀ ਇਸ ਗੱਲ ਲਈ ਤਿਆਰ ਹੋ ਗਏ ਔਰ ਕਹਿੰਦੇ ਨੇ, ਜਦੋਂ ਪਹਿਲੀ ਵਾਰ ਰੇਸ਼ਮੀ ਪੁਸ਼ਾਕ ਪਹਿਨੇ ਤੇ ਘੋੜੀ ਤੇ ਸਵਾਰ ਹੋਏ ਤੇ ਮਨ ਦੇ ਵਿੱਚ ਜੋ ਉਹਨਾਂ ਦੇ ਬਦਲਾਵ ਆਇਆ, ਉਹ ਤੇ ਇੱਕ ਭਗਤ ਸਨ, ਇੱਕ ਮਹਾਂਪੁਰਖ ਸਨ, ਉਹਨਾਂ ਤੇ ਵੀ ਇਸ ਗੱਲ ਦਾ ਅਸਰ ਹੋਇਆ ਤੇ ਉਸੇ ਵੇਲੇ ਘੋੜੀ ਤੋਂ ਹੇਠਾਂ ਉਤਰੇ ਤੇ ਪੁਸ਼ਾਕ ਵੀ ਲਾਹ ਕੇ ਸੁੱਟ ਦਿੱਤੀ। ਕਹਿਣ ਲੱਗੇ, ਆਪਣੇ ਜਿਹੜੇ ਪ੍ਰੇਮੀ ਸਨ, ਕਹਿਣ ਲੱਗੇ, ਤੁਸੀਂ ਖੁਸ਼ ਰਹੋ ਚਾਹੇ ਨਾਰਾਜ਼ ਹੋਵੋ, ਪਰ ਅਸੀਂ ਤੁਹਾਡੇ ਨਾਲ ਨਹੀਂ ਜਾਵਾਂਗੇ। ਜੇ ਜਾਣਾ ਹੈ ਤੇ ਜਿਹੜੇ ਕੱਪੜਿਆਂ ਵਿੱਚ ਅਸੀਂ ਰਹਿੰਦੇ ਹਾਂ, ਸਾਦੇ ਕੱਪੜਿਆਂ ਵਿੱਚ ਹੀ ਜਾਵਾਂਗੇ। ਇਹ ਸਾਡੀ ਸ਼ਰਤ ਹੈ। ਉਹ ਸਾਰੇ ਹੈਰਾਨ ਹੋਏ। ਕਹਿੰਦੇ, ਭਗਤ ਜੀ ਤੁਹਾਨੂੰ ਕੀ ਹੋ ਗਿਆ? ਕੱਪੜਿਆਂ ਦੇ ਨਾਲ ਕੀ ਹੋਣ ਲੱਗਿਆ? ਪਰ ਭਗਤ ਜੀ ਕਹਿਣ ਲੱਗੇ, ਜੇ ਇੱਕ ਦਿਨ ਰੇਸ਼ਮੀ ਪੁਸ਼ਾਕ ਪਹਿਨਣ ਦੇ ਨਾਲ ਮੇਰੇ ਮਨ ਦੇ ਵਿੱਚ ਬਦਲਾਵ ਆ ਸਕਦਾ ਹੈ ਤੇ ਜਿਹੜੇ ਆਮ ਲੋਕੀ ਤੇ ਇਸ ਗੱਲ ਦੀ ਵਿਚਾਰ ਕਰਦੇ ਹੀ ਨਹੀਂ, ਉਹਨਾਂ ਦੇ ਮਨ ਤੇ ਕਿਉਂ ਨਹੀਂ ਅਸਰ ਹੁੰਦਾ ਹੋਵੇਗਾ? ਜੇ ਭਗਤ ਦੇ ਮਨ ਉੱਤੇ ਅਸਰ ਹੋ ਸਕਦਾ ਹੈ, ਦੂਜਿਆਂ ਤੇ ਕਿਉਂ ਨਹੀਂ ਹੋ ਸਕਦਾ? ਉਸ ਵੇਲੇ ਉਹਨਾਂ ਨੇ ਆਪਣੀ ਦੇਹ ਨੂੰ ਸੰਬੋਧਨ ਕਰਕੇ ਇਹ ਸ਼ਬਦ ਵੀ ਉਚਾਰਨ ਕੀਤਾ ਸੀ, ਤੂੰ ਕਾਏ ਗਰਬਹਿ ਬਾਵਲੀ, ਜੈਸੇ ਭਾਦੋਂ ਖੂੰਬ ਰਾਜ, ਤੂੰ ਤਿਸਤੇ ਖਰੀ ਉਤਾਵਲੀ। ਭਗਤ ਜੀ ਕਹਿਣ ਲੱਗੇ, ਆਪਣੇ ਦੇਹ ਨੂੰ ਸੰਬੋਧਨ ਕਰਕੇ, ਤੂੰ ਕਿਸ ਗੱਲ ਦਾ ਹੰਕਾਰ ਕਰਦੀ ਹੈ? ਸੋਹਣੇ ਕੱਪੜੇ ਪਾ ਕੇ ਬੰਦੇ ਨੂੰ ਹੰਕਾਰ ਹੋ ਜਾਂਦਾ ਹੈ ਵੀ ਮੇਰੇ ਬੜੇ ਕੀਮਤੀ ਕੱਪੜੇ ਨੇ, ਬੜੇ ਸੋਹਣੇ ਕੱਪੜੇ ਨੇ, ਮੇਰੇ ਵਰਗਾ ਕੀਮਤੀ ਸੂਟ ਕੱਪੜੇ ਹੋਰ ਕਿਸੇ ਦੇ ਕੋਲ ਹੈ ਹੀ ਨਹੀਂ। ਪਰ ਭਗਤ ਜੀ ਕਹਿੰਦੇ, ਤੂੰ ਕਾਏ ਗਰਬਹਿ ਬਾਵਲੀ, ਕਮਲੀਏ ਤੂੰ ਕਿਸ ਗੱਲ ਦਾ ਹੰਕਾਰ ਕਰਦੀ ਹੈ? ਜੈਸੇ ਭਾਦੋ ਖੂੰਬ ਰਾਜ, ਜਿਵੇਂ ਭਾਦਰੋਂ ਦੇ ਮਹੀਨੇ ਖੁੰਬਾਂ ਦਾ ਰਾਜ ਹੁੰਦਾ, ਆ ਰੂੜੀਆਂ ਤੇ ਖੁੰਬਾਂ ਉਗਦੀਆਂ ਨੇ ਔਰ ਉਹ ਇੱਕ ਦੋ ਦਿਨਾਂ ਤੋਂ ਬਾਅਦ ਉਹ ਖਤਮ ਹੋ ਜਾਂਦੀਆਂ। ਭਗਤ ਜੀ ਕਹਿੰਦੇ, ਜਿਵੇਂ ਭਾਦੋਂ ਦੇ ਵਿੱਚ ਖੁੰਬਾਂ ਦਾ ਰਾਜ ਹੁੰਦਾ, ਖੁੰਬਾਂ ਉਗਦੀਆਂ ਨੇ ਤੇ ਦੂਜੇ ਦਿਨ ਉਹ ਢਹਿ ਢੇਰੀ ਹੋ ਜਾਂਦੀਆਂ। ਤੂੰ ਤੇ ਉਹਨਾਂ ਨਾਲੋਂ ਵੀ ਨਿਕੰਮੀ ਹੈ, ਤੇਰਾ ਤੇ ਇੱਕ ਮਿੰਟ ਦਾ ਵੀ ਵਸਾਹ ਨਹੀਂ। ਹਾਂ ਆਦਮੀ ਹਾਂ ਇੱਕ ਦਮੀ, ਮੋਹਲਤ ਮੋਹਤ ਨਾ ਜਾਣਾ, ਨਾਨਕ ਬਿਨਵੈ ਤਿਸੈ ਸਰੇਵੋ, ਜਾ ਕੇ ਜੀ ਪ੍ਰਾਣਾ। ਤੂੰ ਕਿਸ ਗੱਲ ਦਾ ਹੰਕਾਰ ਕਰਦੀ ਹੈ? ਤੇ ਉਸੇ ਵੇਲੇ ਭਗਤ ਜੀ ਨੇ ਜਵਾਬ ਦੇ ਦਿੱਤਾ ਕਿ ਮੈਂ ਨਹੀਂ ਤੁਹਾਡੀ ਬਰਾਤ ਵਿੱਚ ਜਾਵਾਂਗਾ ਇਹੋ ਜਿਹੇ ਕੱਪੜੇ ਪਾ ਕੇ। ਸੋ ਇੱਥੇ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ, ਪਿਤਾ ਜੀ ਜਿਹੜਾ ਸਾਦਗੀ ਸਾਦੇ ਕੱਪੜਿਆਂ ਤੋਂ ਬਿਨਾਂ ਹੋਰ ਜਿਹੜੇ ਚਟਕੀਲੇ ਭਟਕੀਲੇ ਵਸਤਰ ਪਹਿਨਣੇ ਹਨ ਤੇ ਪਹਿਨ ਕੇ ਖੁਸ਼ੀ ਹੁੰਦੀ ਹੈ,
ਉਤੇ ਖੁਆਰ ਕਰਨ ਵਾਲੀ ਸਾਨੂੰ ਜਾਪਦੀ ਹੈ। ਜਿਤ ਪੈਦਾ ਤਨ ਪੀੜੀਐ ਮਨ ਮਹਿ ਚੱਲੈ ਵਿਕਾਰ। ਜਿਸ ਵਸਤਰਾਂ ਨੂੰ ਪਹਿਨਣ ਦੇ ਨਾਲ ਮਨ ਵਿੱਚ ਵਿਕਾਰ ਪੈਦਾ ਹੁੰਦੇ ਨੇ। ਜਦੋਂ ਬਹੁਤੇ ਭੜਕੀਲੇ ਰੰਗ ਬਰੰਗੇ ਅਸੀਂ ਵਸਤਰ ਪਹਿਨਦੇ ਹਾਂ, ਜ਼ਰੂਰ ਸਾਡੇ ਮਨ ਦੇ ਵਿੱਚ ਬਦਲਾਵ ਆਉਂਦਾ ਹੈ ਤੇ ਨਾਲ ਸਰੀਰ ਵੀ ਪੀੜਤ ਹੁੰਦਾ ਹੈ। ਸਰੀਰ ਦੇ ਵਿੱਚ ਵੀ ਰੋਗ ਤੇ ਬਿਮਾਰੀਆਂ ਆ ਕੇ ਘਰ ਕਰਦੀਆਂ ਨੇ। ਇਸੇ ਲਈ ਇਹਨਾਂ ਤੋਂ ਬਚਣਾ ਚਾਹੀਦਾ ਹੈ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਬਾਬਾ ਜੀ ਅਸੀਂ ਤੇ ਪਹਿਲਾਂ ਹੀ ਬੜੀਆਂ ਸੁੰਦਰ ਪੁਸ਼ਾਕਾਂ ਪਹਿਨ ਰਹੇ ਹਾਂ, ਪਰ ਉਹ ਤੁਹਾਨੂੰ ਨਜ਼ਰ ਆਉਣ ਵਾਲੀਆਂ ਨਹੀਂ। ਉਹ ਰੂਹਾਨੀ ਪੁਸ਼ਾਕਾਂ ਨੇ, ਉਹ ਬਿਹਸ਼ਤੀ ਜਾਮੇ ਨੇ। ਲਓ ਸੁਣੋ ਅਸੀਂ ਕਿਹੜੀਆਂ ਇਹ ਪੁਸ਼ਾਕਾਂ ਧਾਰਨ ਕਰਦੇ ਹਾਂ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਦੂਸਰਾ ਸ਼ਬਦ ਦਾ ਅੰਕ ਉਚਾਰਨ ਕੀਤਾ।